दुनिया की जियोपॉलिटिक्स ਵਿੱਚ कई ਅਲਾਈਅੰਸਿਸ ਇਹੋ ਜਿਹੇ ਹੁੰਦੇ ਨੇ ਜੋ ਲਾਊਡਲੀ ਅਨਾਉਂਸ ਨਹੀਂ ਕੀਤੇ ਜਾਂਦੇ ਪਰ ਕੁਆਇਟਲੀ ਬਿਲਡ ਹੁੰਦੇ ਰਹਿੰਦੇ ਨੇ। ਔਰ ਅੱਜ ਮੈਂ ਗੱਲ ਕਰਨ ਜਾ ਰਿਹਾ ਇੱਕ ਇਹੋ ਜਿਹੇ ਹੀ ਐਮਰਜਿੰਗ ਸਟ੍ਰੈਟੇਜਿਕ ਟ੍ਰਾਇੰਗਲ ਦੀ, ਇੰਡੀਆ, ਇਜ਼ਰਾਈਲ ਐਂਡ UAE। ਤਿੰਨੋਂ ਮੁਲਕ ਜਿਓਗ੍ਰਾਫੀ ਦੇ ਹਿਸਾਬ ਨਾਲ ਵੱਖੋ ਵੱਖਰੇ ਨੇ, ਕਲਚਰ ਵੱਖਰੇ ਨੇ, ਪੋਲੀਟੀਕਲ ਸਿਸਟਮ ਵੱਖਰਾ ਹੈ, ਪਰ ਥ੍ਰੈਟ ਪਰਸੈਪਸ਼ਨ ਕਾਫੀ ਹੱਦ ਤੱਕ ਇੱਕੋ ਜਿਹੀ ਹੋ ਰਹੀ ਹੈ। ਇਹ ਕੋਈ ਫਾਰਮਲ ਮਿਲਟਰੀ ਅਲਾਇੰਸ ਨਹੀਂ ਹੈ, ਨਾ ਕੋਈ ਨੈਟੋ ਟਾਈਪ ਸਟਰਕਚਰ ਹੈ, ਨਾ ਕੋਈ ਜੁਆਇੰਟ ਕਮਾਂਡ ਹੈ, ਪਰ ਗਰਾਊਂਡ ਰਿਐਲਿਟੀ ਵਿੱਚ ਇਹ ਹੈ ਇੰਡੀਆ, ਇਜ਼ਰਾਈਲ ਐਂਡ UAE ਕੁਆਇਟਲੀ ਇੱਕ ਸਿਕਿਉਰਿਟੀ ਟ੍ਰਾਇਲੈਟਰਲ ਵੱਲ ਵਧ ਰਹੇ ਨੇ। ਹੁਣ ਸਵਾਲ ਇਹ ਹੈ ਕਿ ਤਿੰਨੋਂ ਮੁਲਕ ਇਕੱਠੇ ਕਿਉਂ ਹੋ ਰਹੇ ਨੇ? ਰੀਜ਼ਨ ਬਿਲਕੁਲ ਸਿੰਪਲ ਹੈ, ਕਾਮਨ ਥ੍ਰੈਟ ਨੈਟਵਰਕ। ਇੰਡੀਆ ਨੇ ਡਿਕੇਡਸ ਤੱਕ ਕ੍ਰਾਸ ਬਾਰਡਰ ਟੈਰਰਿਜ਼ਮ ਫੇਸ ਕੀਤਾ ਹੈ, ਇਜ਼ਰਾਈਲ ਨੇ ਹਮਾਸ, ਹਜ਼ਬੁੱਲਾ ਵਰਗੀਆਂ ਨੈਟਵਰਕ ਦਾ ਸਾਹਮਣਾ ਕੀਤਾ ਹੈ, ਔਰ UAE ਨੇ ਰੀਸੈਂਟਲੀ ਡਰੋਨਸ, ਮਿਜ਼ਾਈਲ ਔਰ ਐਨਰਜੀ ਇਨਫਰਾਸਟ੍ਰਕਚਰ ਦੇ ਉੱਤੇ ਅਟੈਕ ਦਾ ਰਿਸਕ ਫੀਲ ਕੀਤਾ ਹੈ। ਇਹ ਥ੍ਰੈਟ ਹੁਣ ਬਾਰਡਰ ਤੱਕ ਲਿਮਿਟਡ ਨਹੀਂ ਰਹੀਆਂ, ਇਹ ਆਈਡੀਓਲੋਜੀ, ਫਾਈਨੈਂਸਿੰਗ, ਪ੍ਰੋਪੇਗੈਂਡਾ, ਡਰੋਨਸ, ਸਾਈਬਰ ਨੈਟਵਰਕ ਅਤੇ ਪ੍ਰੌਕਸੀ ਗਰੁੱਪਸ ਰਾਹੀਂ ਟਰੈਵਲ ਕਰਦੀਆਂ ਨੇ। ਅਤੇ ਇਹ ਉਹ ਪੁਆਇੰਟ ਹੈ ਜਿੱਥੇ ਇੰਡੀਆ, ਇਜ਼ਰਾਈਲ ਔਰ UAE ਦੀ ਥਿੰਕਿੰਗ ਕਨਵਰਜ ਕਰਦੀ ਹੈ। ਐਕਸਪਰਟਸ ਕਹਿ ਰਹੇ ਨੇ ਕਿ ਇਹ ਪਾਰਟਨਰਸ਼ਿਪ ਕਿਸੇ ਇੱਕ ਸੁਪਰ ਪਾਵਰ ਦੇ ਪ੍ਰੈਸ਼ਰ ਨਾਲ ਨਹੀਂ ਬਣੀ ਹੈ, ਇਹ ਵਾਸ਼ਿੰਗਟਨ ਲੈਡ ਅਲਾਇੰਸ ਨਹੀਂ ਹੈ, ਇਹ ਮਾਸਕੋ ਜਾਂ ਬੀਜਿੰਗ ਦੀ ਸਟ੍ਰੈਟੇਜਿਕ ਡਿਜ਼ਾਈਨ ਨਹੀਂ ਹੈ, ਇਹ ਤਿੰਨ ਕੰਟਰੀਜ਼ ਦੀ ਆਪਸੀ ਐਕਸਪੀਰੀਅੰਸਿਸ ਬੇਸਡ ਅੰਡਰਸਟੈਂਡਿੰਗ ਹੈ। ਇੰਡੀਆ ਕਹਿੰਦਾ ਹੈ ਟੈਰਰਿਜ਼ਮ ਦਾ ਕੋਈ ਗੁੱਡ ਜਾਂ ਬੈਡ ਵਰਜ਼ਨ ਨਹੀਂ ਹੋ ਸਕਦਾ, ਇਜ਼ਰਾਈਲ ਕਹਿੰਦਾ ਹੈ ਸਿਵਿਲੀਅਨ ਟਾਰਗੇਟਿੰਗ ਔਰ ਹੌਸਟੇजेस ਪੋਲਿਟਿਕਸ ਐਕਸਟੈਂਸ਼ੀਅਲ ਥ੍ਰੈਟ ਹੈ, ਔਰ UAE ਕਹਿੰਦਾ ਹੈ ਗਲਫ ਸਟੇਬਿਲਿਟੀ, ਐਨਰਜੀ ਸਿਕਿਉਰਿਟੀ ਔਰ ਟ੍ਰੇਡ ਰੂਟ ਕੰਪਰੋਮਾਈਜ਼ ਨਹੀਂ ਹੋ ਸਕਦੇ। ਅਤੇ ਜਦੋਂ ਤਿੰਨੋਂ ਕੰਟਰੀਜ਼ ਦਾ ਕਨਕਲੂਜਨ ਸੇਮ ਹੋਵੇ ਤਾਂ ਪਾਰਟਨਰਸ਼ਿਪ ਨੈਚੁਰਲੀ ਡੀਪਨ ਹੋਣ ਲੱਗਦੀ ਹੈ। ਹੁਣ ਇਹਦਾ ਇੰਸਟੀਟਿਊਸ਼ਨਲ ਸਾਈਡ ਵੀ ਵੇਖੋ, ਇੰਡੀਆ ਅਤੇ UAE ਨੇ ਡਿਫੈਂਸ ਕੋਆਪਰੇਸ਼ਨ ਨੂੰ ਕਾਫੀ ਡੀਪਨ ਕੀਤਾ ਹੈ। ਜੁਆਇੰਟ ਡਿਫੈਂਸ ਮੈਨੂਫੈਕਚਰਿੰਗ, ਐਡਵਾਂਸ ਮਿਲਟਰੀ ਟੈਕਨੋਲੋਜੀ, ਸਪੈਸ਼ਲ ਫੋਰਸਿਸ ਕੋਆਪਰੇਸ਼ਨ ਔਰ ਕਾਊਂਟਰ ਟੈਰਰਿਜ਼ਮ ਕੋਆਰਡੀਨੇਸ਼ਨ, ਇਸ ਤਰ੍ਹਾਂ ਦੇ ਏਰੀਆਜ਼ ਵਿੱਚ ਕੋਆਪਰੇਸ਼ਨ ਵਧੀ ਹੈ। ਇਹ ਤਾਂ ਸਭ ਨੂੰ ਪਤਾ ਹੈ ਕਿ ਇੰਡੀਆ ਔਰ ਇਜ਼ਰਾਈਲ ਦੀ ਡਿਫੈਂਸ ਪਾਰਟਨਰਸ਼ਿਪ ਡੈਕੇਡਸ ਓਲਡ ਹੈ। ਡਰੋਨ, ਸਰਵੇਲੈਂਸ ਸਿਸਟਮ, ਮਿਜ਼ਾਈਲਸ, ਸਾਈਬਰ ਕੈਪੇਬਿਲਿਟੀ ਐਂਡ ਪ੍ਰੈਸੀਜਨ ਟੈਕਨੋਲੋਜੀ, ਇਹ ਰਿਲੇਸ਼ਨਸ਼ਿਪ ਆਲਰੇਡੀ ਫੀਲਡ ਟੈਸਟਡ ਹੈ। ਐਕਸਪਰਟਸ ਕਹਿ ਰਹੇ ਨੇ ਕਿ UAE ਇਸ ਟ੍ਰਾਇੰਗਲ ਵਿੱਚ ਕੈਪੀਟਲ, ਲੌਜਿਸਟਿਕਸ, ਕਨੈਕਟੀਵਿਟੀ ਔਰ ਗਲਫ ਐਕਸੈਸ ਲੈ ਕੇ ਆਉਂਦਾ ਹੈ, ਔਰ ਇਜ਼ਰਾਈਲ ਲੈ ਕੇ ਆਉਂਦਾ ਹੈ ਟੈਕਨੋਲੋਜੀ ਔਰ ਸਿਕਿਉਰਿਟੀ ਇਨੋਵੇਸ਼ਨ। ਇੰਡੀਆ ਲਿਆਉਂਦਾ ਹੈ ਸਕੇਲ, ਮਾਰਕੀਟ, ਮੈਨ ਪਾਵਰ, ਡਿਫੈਂਸ ਮੈਨੂਫੈਕਚਰਿੰਗ ਐਂਡ ਸਟ੍ਰੈਟਜੀ ਵੀ। ਐਕਸਪਰਟਸ ਦਾ ਕਹਿਣਾ ਹੈ ਕਿ ਕੰਬੀਨੇਸ਼ਨ ਬਹੁਤ ਪਾਵਰਫੁਲ ਬਣ ਜਾਂਦਾ ਹੈ। ਇਸ ਏਰੀਆ ਨੂੰ ਸਮਝਣ ਵਾਲੇ ਇਹ ਵੀ ਆਖਦੇ ਨੇ ਕਿ ਇਹਦੇ ਵਿੱਚ ਇੱਕ ਹਿਊਮਨ ਐਂਗਲ ਵੀ ਹੈ ਜਿਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। UAE ਵਿੱਚ ਹਜ਼ਾਰਾਂ ਨਹੀਂ ਮਿਲੀਅਨਸ ਆਫ ਇੰਡੀਅਨਸ ਰਹਿੰਦੇ ਨੇ ਅਕ੍ਰੋਸ ਗਲਫ, ਲਗਭਗ 8 ਮਿਲੀਅਨ ਇੰਡੀਅਨਸ ਵਰਕਿੰਗ ਦੇਅਰ। ਉਹਨਾਂ ਦੀ ਸੇਫਟੀ, ਲਾਈਵਲੀਹੁੱਡ, ਰੈਮਿਟੈਂਸਿਸ, ਇਹ ਇੰਡੀਆ ਦੀ ਸਿਰਫ ਫੋਰਨ ਪਾਲਿਸੀ ਦਾ ਇਸ਼ੂ ਨਹੀਂ ਹੈ, ਇਹ ਡੋਮੈਸਟਿਕ ਕੰਸਰਨ ਵੀ ਹੈ। ਜੇ ਗਲਫ ਵਿੱਚ ਐਨਰਜੀ ਇਨਫਰਾਸਟ੍ਰਕਚਰ ਉੱਤੇ ਡਰੋਨਸ ਅਟੈਕ ਹੁੰਦੇ ਨੇ, ਜੇ ਸ਼ਿਪਿੰਗ ਰੂਟ ਡਿਸਟਰਬ ਹੁੰਦਾ ਹੈ, ਜੇ ਰੀਜਨਲ ਇੰਸਟੇਬਿਲਿਟੀ ਵੱਧਦੀ ਹੈ ਤਾਂ ਇੰਪੈਕਟ ਸਿੱਧਾ ਇੰਡੀਅਨ ਫੈਮਲੀਜ਼ ਤੱਕ ਪਹੁੰਚਦਾ ਹੈ। ਸੋ ਇਸ ਲਈ ਇੰਡੀਆ ਲਈ ਗਲਫ ਸਟੇਬਿਲਿਟੀ ਕੋਈ ਥਿਊਰੀ ਨਹੀਂ ਹੈ, ਇਹ ਪ੍ਰੈਕਟੀਕਲ ਨੈਸ਼ਨਲ ਇੰਟਰਸਟ ਵੀ ਹੈ। ਹੁਣ ਗੱਲ ਕਰਦੇ ਹਾਂ ਇਜ਼ਰਾਈਲ ਦੀ। ਕਈ ਕਮੈਂਟੇਟਰਸ ਕਹਿੰਦੇ ਨੇ ਕਿ ਗਜ਼ਾ ਵਾਰ ਤੋਂ ਬਾਅਦ ਇਜ਼ਰਾਈਲ ਰੀਜਨ ਵਿੱਚ ਆਈਸੋਲੇਟਡ ਹੋ ਗਿਆ। ਸਿਵਿਲੀਅਨ ਸਫਰਿੰਗ ਇਨ ਗਜ਼ਾ ਇਜ਼ ਸੀਰੀਅਸ ਔਰ ਇਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਪਰ ਸਟ੍ਰੈਟੇਜਿਕ ਆਈਸੋਲੇਸ਼ਨ ਦਾ ਮੈਜਰ ਸੋਸ਼ਲ ਮੀਡੀਆ ਆਊਟਰੀਚ ਨਹੀਂ ਹੁੰਦਾ ਹੈ। ਰੀਅਲ ਟੈਸਟ ਇਹ ਹੁੰਦਾ ਹੈ ਕਿ ਕੰਟਰੀਜ਼ ਐਕਚੁਅਲੀ ਕੀ ਕਰ ਰਹੀਆਂ ਨੇ। UAE ਨੇ ਅਬਰਾਹਮ ਅਕੋਰਡ ਰਿਵਰਸ ਨਹੀਂ ਕੀਤੇ, ਇੰਡੀਆ, ਇਜ਼ਰਾਈਲ ਡਿਫੈਂਸ ਕੋਆਪਰੇਸ਼ਨ ਕੰਟੀਨਿਊ ਹੋ ਰਹੀ ਹੈ। ਗਲਫ ਕੰਟਰੀਜ਼ ਨੇ ਆਪਣੀ ਸਿਕਿਉਰਿਟੀ ਕੈਲਕੂਲੇਸ਼ਨਸ ਚੇਂਜ ਨਹੀਂ ਕੀਤੇ। ਅਤੇ ਜੀਓਪੋਲਿਟਿਕਸ ਵਿੱਚ ਅਕਸਰ ਕੰਟਰੀਜ਼ ਉਹ ਨਹੀਂ ਕਰਦੀਆਂ ਜੋ ਪਬਲਿਕ ਫੋਰਮਸ 'ਤੇ ਲਾਊਡਲੀ ਕਰ ਰਹੀਆਂ ਹੁੰਦੀਆਂ ਨੇ, ਉਹ ਕਰਦੀਆਂ ਨੇ ਜੋ ਕੁਆਇਟਲੀ ਬਿਲਡ ਹੁੰਦੀਆਂ ਰਹਿੰਦੀਆਂ ਨੇ। ਇੰਡੀਆ, ਇਜ਼ਰਾਈਲ, UAE ਦਾ ਅਲਾਈਨਮੈਂਟ ਓਲਡ ਕੋਲਡ ਵਾਰ ਬਲੌਕ ਪੋਲਿਟਿਕਸ ਵਰਗਾ ਨਹੀਂ ਹੈ, ਇਹ ਨਿਊ ਏਜ ਨੈਟਵਰਕਡ ਪਾਰਟਨਰਸ਼ਿਪ ਹੈ। ਇਹਦੇ ਵਿੱਚ ਡਿਫੈਂਸ ਵੀ ਹੈ, ਕਾਊਂਟਰ ਟੈਰਰਿਜ਼ਮ ਵੀ ਹੈ, ਟੈਕਨੋਲੋਜੀ ਵੀ ਹੈ, ਐਨਰਜੀ ਸਿਕਿਉਰਿਟੀ ਵੀ ਹੈ, ਡਾਇਸਪੋਰਾ ਪ੍ਰੋਟੈਕਸ਼ਨ ਵੀ ਹੈ ਔਰ ਇਕਨੋਮਿਕ ਕੋਰੀਡੋਰਸ ਵੀ ਨੇ। ਇਹ ਪਾਰਟਨਰਸ਼ਿਪ ਇੱਕ ਮੈਸੇਜ ਵੀ ਦੇ ਰਹੀ ਹੈ ਕਿ ਨਵੀਂ ਦੁਨੀਆ ਵਿੱਚ ਅਲਾਇੰਸਿਸ ਸਿਰਫ ਟ੍ਰੀਟੀਜ਼ ਨਾਲ ਨਹੀਂ ਹੁੰਦੇ, ਅਲਾਇੰਸਿਸ ਸ਼ੇਅਰਡ ਐਕਸਪੀਰੀਅੰਸਿਸ, ਸ਼ੇਅਰਡ ਥ੍ਰੈਟ ਪਰਸੈਪਸ਼ਨਸ ਐਂਡ ਸ਼ੇਅਰਡ ਇੰਟਰਸਟ ਇਹਦੇ ਨਾਲ ਬਣਦੇ ਨੇ। ਅੱਜ ਇੰਡੀਆ ਸਟ੍ਰੈਟੇਜਿਕ ਆਟੋਨਮੀ ਮੇਨਟੇਨ ਕਰਦੇ ਹੋਏ ਇਜ਼ਰਾਈਲ ਨਾਲ ਸਟਰੋਂਗ ਟਾਈਜ਼ ਰੱਖ ਰਿਹਾ, UAE ਨਾਲ ਡੀਪ ਇਕਨੋਮਿਕ ਪਾਰਟਨਰਸ਼ਿਪ ਬਣਾ ਰਿਹਾ ਔਰ ਗਲਫ ਸਟੈਬਿਲਿਟੀ ਨੂੰ ਆਪਣੀ ਨੈਸ਼ਨਲ ਸਿਕਿਉਰਿਟੀ ਦਾ ਪਾਰਟ ਮੰਨਦਾ ਹੈ।
ਇਹ ਹੈ ਨਵੀਂ ਡਿਪਲੋਮੈਸੀ, ਨਾ ਲਾਊਡ ਸਲੋਗਨ, ਨਾ ਫਾਰਮਲ ਅਲਾਈਅੰਸਿਸ ਅਨਾਊਂਸਮੈਂਟਸ, ਪਰ ਕੁਆਇਟਲੀ ਜੁਆਇੰਟ ਐਕਸਰਸਾਈਜ਼, डिफेंस अरेंजमेंट्स, टेक्नोलॉजी शेयरिंग, इंटैलीजेंस कोऑर्डिनेशन और इकनॉमिक इंटीग्रेशन। सो ਇਹਦੇ ਵਿੱਚ ਇੱਕ ਬਿਗ ਕੁਐਸਚਨ ਹੈ ਵੀ ਹੈ ਕਿ ਇੰਡੀਆ, ਇਜ਼ਰਾਈਲ, UAE ਇੱਕ ਫਾਰਮਲ ਟ੍ਰਾਈਲੈਟਰਲ ਅਲਾਈਅੰਸਿਸ ਬਣਾਉਣ ਜਾ ਰਹੇ ਨੇ। ਐਕਸਪਰਟਸ ਕਹਿੰਦੇ ਨੇ ਸ਼ਾਇਦ ਨਹੀਂ, ਪਰ ਇਹ ਵੀ ਕੁਐਸਚਨ ਹੈ ਕਿ ਇਹ ਤਿੰਨੇ ਕੰਟਰੀਜ਼ ਇੱਕ ਪ੍ਰੈਕਟੀਕਲ ਸਿਕਿਉਰਿਟੀ ਆਰਕੀਟੈਕਚਰ ਬਿਲਡ ਕਰ ਰਹੀਆਂ ਨੇ। ਇਹਦੇ ਵਿੱਚ ਐਕਸਪਰਟਸ ਕਹਿੰਦੇ ਨੇ ਹਾਂ ਹੋ ਸਕਦਾ ਹੈ, ਅਤੇ ਇਹੀ ਆਰਕੀਟੈਕਚਰ ਆਉਣ ਵਾਲੇ ਡਿਕੇਡ ਵਿੱਚ ਵੈਸਟ ਏਸ਼ੀਆ, ਇੰਡੋ ਪੈਸੀਫਿਕ ਔਰ ਗਲੋਬਲ ਸਿਕਿਉਰਿਟੀ ਆਰਡਰ ਵਿੱਚ ਇੱਕ ਬਹੁਤ ਵੱਡਾ ਰੋਲ ਪਲੇ ਕਰ ਸਕਦਾ ਹੈ, ਕਿਉਂਕਿ ਕਈ ਵਾਰ ਜੀਓਪੋਲਿਟਿਕਸ ਵਿੱਚ ਸਭ ਤੋਂ ਇੰਪੋਰਟੈਂਟ ਅਲਾਈਅੰਸਿਸ ਉਹ ਹੁੰਦੇ ਨੇ ਜਿਨ੍ਹਾਂ ਦਾ ਅਨਾਊਂਸਮੈਂਟ ਨਹੀਂ ਹੁੰਦਾ, ਪਰ ਜਿਨ੍ਹਾਂ ਦਾ ਇੰਪੈਕਟ ਕੁਆਇਟਲੀ ਹਿਸਟਰੀ ਬਦਲ ਦਿੰਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇੰਡੀਆ ਲਈ ਇਜ਼ਰਾਈਲ ਐਂਡ UAE ਇੱਕ ਡੀਪਰ ਸਿਕਿਉਰਿਟੀ ਕੋਆਰਡੀਨੇਸ਼ਨ ਦੀ ਸਮੇਂ ਦੀ ਲੋੜ ਹੈ? ਆਪਣੀ ਰਾਏ ਸਾਡੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ। ਮੈਂ ਹਾਂ ਰਵਿੰਦਰ ਸਿੰਘ ਰਾਬਿਨ, and thank you for watching. I'll be coming soon with another blog with new topic. Tat tak, Rab Raka.